ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਪ੍ਰੀਵੀਅਸ ਟੌਪਿਕ ਦੇ ਵਿੱਚ ਅਕਾਊਂਟਿੰਗ ਕਨਵੈਨਸ਼ਨਸ ਕਰ ਰਹੇ ਸੀ। ਆਪਾਂ ਉਹਦੀਆਂ ਫਸਟ ਟੂ ਕਨਵੈਨਸ਼ਨਸ ਕਰ ਲਈਆਂ ਸੀ। ਆਪਾਂ ਥਰਡ ਕਨਵੈਨਸ਼ਨ ਅੱਜ ਕਰਨੀ ਹੈ, ਜਿਹਦੇ ਵਿੱਚ ਹੈ ਮਟੀਰੀਅਲਿਟੀ। ਮਟੀਰੀਅਲਿਟੀ ਤੋਂ ਤੁਹਾਨੂੰ ਸਮਝ ਆ ਰਹੀ ਹੈ ਕਿ ਇਹਦਾ ਮਤਲਬ ਕੀ ਆ, ਪਰ ਆਪਾਂ ਪੜ੍ਹ ਲੈਂਦੇ ਇੱਕ ਵਾਰੀ। ਇਟ ਰੈਫਰਸ ਟੂ ਦ ਰੈਲੇਟਿਵ ਇੰਪੋਰਟੈਂਸ ਆਫ ਐਨ ਆਈਟਮ ਔਰ ਇਵੈਂਟ। ਕੀ ਕਹਿੰਦਾ ਵਾ ਕਿ ਮਟੀਰੀਅਲਿਟੀ ਦਾ ਮਤਲਬ ਇਹ ਹੁੰਦਾ ਵਾ ਕਿ ਤੁਸੀਂ ਕਿਹੜੀ ਚੀਜ਼ ਦੀ ਇੰਪੋਰਟੈਂਸ ਦੇਣੀ ਹੈ ਅਤੇ ਕਿਹੜੀ ਚੀਜ਼ ਦੀ ਇੰਪੋਰਟੈਂਸ ਨਹੀਂ ਦੇਣੀ। ਠੀਕ ਹੈ। ਦੋਜ਼ ਹੂ ਮੇਕ ਅਕਾਊਂਟਿੰਗ ਡਿਸੀਜਨਸ ਕੰਟੀਨਿਊਅਲੀ ਕਨਫਰੰਟ ਦ ਨੀਡ ਟੂ ਮੇਕ ਜਜਮੈਂਟਸ ਰਿਗਾਰਡਿੰਗ ਮਟੀਰੀਅਲਿਟੀ। ਕਹਿੰਦੇ ਕਿ ਜਿਹੜੇ ਅਕਾਊਂਟਸ ਬਣਾਉਂਦੇ ਉਹਨਾਂ ਨੂੰ ਇਹ ਪਤਾ ਹੁੰਦਾ ਕਿਹੜੀ ਚੀਜ਼ ਲਿਖਣੀ ਆ, ਕਿਹੜੀ ਚੀਜ਼ ਨਹੀਂ ਲਿਖਣੀ, ਕਿ ਕਿਹੜੀ ਚੀਜ਼ ਦਾ ਤੁੱਕ ਬਣਦਾ, ਕਿਹੜੀ ਚੀਜ਼ ਦਾ ਨਹੀਂ ਲਿਖਣ ਦਾ ਤੁੱਕ ਬਣਦਾ। ਠੀਕ ਆ। ਇਨ ਦਿਸ ਆਈਟਮ ਲਾਰਜ ਇਨਫ ਫॉर यूजर्स of the information to be influenced by it. The essence of materiality concept is the omission or misstatement of an item is material if in the light of surrounding circumstances the magnitude of the item is such that it is probable that the judgment of a reasonable person relying on the report would have been changed or influenced by the inclusion or correctness of the item. ਬੱਚੇ ਇੱਥੋਂ ਕੁਝ ਨਹੀਂ ਕਰਨ ਦੀ ਲੋੜ ਤੁਹਾਨੂੰ। ਤੁਸੀਂ ਮਟੀਰੀਅਲਿਟੀ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਕਿਹੜੀ ਇਨਫੋਰਮੇਸ਼ਨ ਲਿਖਣੀ ਆ, ਕਿਹੜੀ ਨਹੀਂ। ਮਟੀਰੀਅਲਿਟੀ ਦਾ ਮਤਲਬ ਹੁੰਦਾ ਰੈਲੇਵੈਂਟ ਇਨਫੋਰਮੇਸ਼ਨ। ਠੀਕ ਆ ਜੀ। ਮਟੀਰੀਅਲ ਦਾ ਮਤਲਬ ਹੁੰਦਾ ਕਿ ਜਿਹੜੀ ਇਨਫੋਰਮੇਸ਼ਨ ਰੈਲੇਵੈਂਟ ਆ। ਫੋਰ ਐਗਜ਼ਾਮਪਲ ਤੁਸੀਂ ਇਹਦੇ ਵਿੱਚ ਲਿਖ ਸਕਦੇ ਜੋ purchase of a pen for ₹10 is considered as an expense of stationery and not as the asset. ਕਹਿੰਦੇ ਕਿ ਤੁਸੀਂ 10 ਰੁਪਏ ਦਾ ਪੈਨ ਖਰੀਦਿਆ ਜਾਂ ਸਟੈਪਲਰ ਖਰੀਦਿਆ, ਗੱਲ ਸਮਝ ਆ ਰਹੀ? ਉਹਨੂੰ ਐਸਟ ਨਹੀਂ ਮੰਨਾਂਗੇ। ਕਿਉਂਕਿ ਉਹ ਛੋਟੀਆਂ ਮੋਟੀਆਂ ਚੀਜ਼ਾਂ ਵਾ। ਕੰਪਨੀ ਕਰੋੜਾਂ ਦਾ ਬਿਜ਼ਨਸ ਕਰ ਰਹੀ ਹੈ, ਮਿਲੀਅਨਸ ਦਾ ਬਿਜ਼ਨਸ ਕਰ ਰਹੀ ਹੈ। ਉਹਦੇ ਵਿੱਚ ਤੁਸੀਂ 1-2 ਰੁਪਏ ਦੀਆਂ ਚੀਜ਼ਾਂ ਨਹੀਂ ਲਿਖੋਗੇ। ਉਹਦੇ ਵਿੱਚ ਤੁਸੀਂ ਉਹ 1-2 ਰੁਪਏ ਵਾਲੀਆਂ ਸਾਰੀਆਂ ਸਟੇਸ਼ਨਰੀ ਦੀਆਂ ਚੀਜ਼ਾਂ ਨੂੰ ਕਾਹਦੇ ਵਿੱਚ ਲਿਖੋਗੇ? ਐਕਸਪੈਂਸ ਫॉर ਸਟੇਸ਼ਨਰੀ। ਇਹ ਨਹੀਂ ਲਿਖੋਗੇ ਕਿ ਪੈਨ ਲਿਆ ਅਤੇ ਐਸਟ ਹੋ ਗਿਆ, ਜਾਂ ਤੁਸੀਂ ਜਿੱਦਾਂ ਸਟੈਪਲਰ ਲਿਆ, ਸਟੈਪਲਰ ਦੀਆਂ ਪਿਨਸ ਲਈਆਂ, ਠੀਕ ਆ, ਜਾਂ ਕਾਪੀ ਲਈ। ਇਹ ਸਾਰਾ ਕੁਝ ਕਿਹਦੇ ਵਿੱਚ ਆਊਗਾ? ਐਕਸਪੈਂਸ ਫॉर ਸਟੇਸ਼ਨਰੀ। ਮਟੀਰੀਅਲ ਇਨਫੋਰਮੇਸ਼ਨ ਕਾਹਦੇ ਵਿੱਚ ਜਾਊਗੀ? ਸਟੇਸ਼ਨਰੀ ਦੇ ਵਿੱਚ, ਨੋਟ ਐਜ਼ ਏ ਐਸਿਡ। ਠੀਕ ਆ ਜੀ। ਦੇਖੋ ਇਹਦੇ ਵਿੱਚ ਉਹਨੇ ਇੱਕ ਹੋਰ ਚੀਜ਼ ਲਿਖੀ ਆ, ਆ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ। ਠੀਕ ਆ। ਆ ਐਗਜ਼ਾਮਪਲ ਦੇ ਦੇਣੀ ਆ। ਸੋ ਦੈਟਸ ਆਲ। ਠੀਕ ਹੈ। ਓਬਜੈਕਟਿਵਿਟੀ ਲਾਸਟ ਵਨ ਇਜ਼ ਦੈਟ ਕਿ ਓਬਜੈਕਟਿਵਿਟੀ ਕੀ ਹੁੰਦੀ ਆ? ਓਬਜੈਕਟਿਵਿਟੀ 'ਚ ਦੇਖੋ, the objectivity convention states that the accounting information and financial reporting should be independent and is supported with unbiased एविडेंस। ऑब्जैक्टिविटी का मतलब होंगे कि सारा कुछ सही होना चाहिए। ऑब्जैक्टिव का मतलब होना चाहिए कि सानू क्लीयर दसना चाहिए जो तुसीं अकाउंट्स बनाए सही होने चाहिए। तो ये की कह रहा है कि ਜਿਹੜੇ ਤੁਸੀਂ ਰਿਪੋਰਟਸ ਬਣਾਉਣੀਆਂ ਵਾ ਉਹ ਕੀ ਹੋਣੀਆਂ ਚਾਹੀਦੀਆਂ? ਐਵੀਡੈਂਸ ਦੇ ਨਾਲ ਹੋਣੀਆਂ ਚਾਹੀਦੀਆਂ। ਐਵੀਡੈਂਸ ਦਾ ਮਤਲਬ ਤੁਹਾਡੇ ਕੋਲ ਉਹਦਾ ਪ੍ਰੂਫ ਹੋਣਾ ਚਾਹੀਦਾ ਕਿ ਤੁਸੀਂ ਜੇ ਆਹ ਚੀਜ਼ ਲਿਖੀ ਇਹਦਾ ਤੁਹਾਡੇ ਕੋਲ ਬਿੱਲ ਹੈਗਾ ਵਾ। ਐਂਡ ਉਹਦੇ ਨਾਲ ਇੱਕ ਹੋਰ ਚੀਜ਼ ਆ ਕਿ ਅਨਬਾਇਸਨੈਸ। ਅਨਬਾਇਸ ਦਾ ਮਤਲਬ ਕਿ ਹੇਰਾਫੇਰੀ ਨਹੀਂ ਹੋਣੀ ਚਾਹੀਦੀ। ਬਾਇਸਨੈਸ ਦਾ ਮਤਲਬ ਹੁੰਦਾ ਹੇਰਾਫੇਰੀ, ਤੇ ਅਨਬਾਇਸਨੈਸ ਦਾ ਮਤਲਬ ਹੁੰਦਾ ਵਾ ਕਿ ਹੇਰਾਫੇਰੀ ਨਹੀਂ ਹੋਣੀ। ਠੀਕ ਹੈ। ਦਿਸ ਮੀਨਸ ਦੈਟ ਅਕਾਊਂਟਿੰਗ ਇਨਫੋਰਮੇਸ਼ਨ ਮਸਟ ਬੀ ਬੇਸਡ ਔਨ ਰਿਸਰਚ ਐਂਡ ਫੈਕਟਸ ਐਂਡ ਨਾਟ ਮੇਅਰਲੀ ਐਨ ਓਪੀਨੀਅਨ ਆਫ ਦ ਪ੍ਰੀਪੇਅਰ। ਕਹਿੰਦਾ ਵਾ ਕਿ ਜਿਹੜੀ ਤੁਸੀਂ ਅਕਾਊਂਟਸ ਬਣਾਉਂਦੇ ਜੋ ਉਹ ਕਿਸੇ ਲੌਜਿਕ ਦੇ ਨਾਲ ਬਣਾਉਣੇ ਚਾਹੀਦੇ। ਇਹ ਨਹੀਂ ਹੈ ਕਿ ਤੁਸੀਂ ਆਪਣੇ ਵੱਲੋਂ ਜਿੱਧਰੋਂ ਮਰਜ਼ੀ ਜੋ ਮਰਜ਼ੀ ਲਾਈ ਜਾ ਰਹੇ ਹੋ। ਲੌਜਿਕ ਹੋਣਾ ਚਾਹੀਦਾ, ਤਾਂ ਹੀ ਲੌਜਿਕ। ਆਪਾਂ ਕਨਸੈਪਟਸ ਪੜ੍ਹ ਲਏ, ਕਨਵੈਨਸ਼ਨਸ ਪੜ੍ਹ ਲਈਆਂ, ਲੌਜਿਕ ਉਹਨਾਂ ਦਾ ਉਹੀ ਲੌਜਿਕ ਦੇ ਬੇਸਿਸ 'ਤੇ ਅੱਗੇ ਆਪਾਂ ਪ੍ਰੈਕਟੀਕਲ ਪਾਰਟ ਕਰਨਾ। ਕਹਿੰਦਾ ਤੁਸੀਂ ਇਹ ਨਹੀਂ ਆਪਣੇ ਵੱਲੋਂ ਜੋ ਮਰਜ਼ੀ ਲਾਈ ਜਾਓਗੇ। ਹੁਣ ਤੁਸੀਂ ਆਪਣੇ ਵੱਲੋਂ ਜੋ ਮਰਜ਼ੀ ਲਾਈ ਜਾਓਗੇ ਤਾਂ ਮੈਂ ਉਹ ਗਲਤ ਕਰ ਦੇਣਾ। ਠੀਕ ਹੈ। Invoices, cash memos, pay slips are some of the source documents such as evidence for recording business transactions. ਕਹਿੰਦਾ ਬਾਕੀ ਦੇਖੋ ਇਨਵੋਇਸਿਸ ਦਾ ਮਤਲਬ ਤੁਹਾਨੂੰ ਮੈਂ ਦੱਸਿਆ ਨਾ ਪਹਿਲਾਂ, ਬਿੱਲ ਹੁੰਦਾ। ਠੀਕ ਹੈ। ਕੈਸ਼ ਮੈਮੋਸ, ਪੇਇੰਗ ਸਲਿੱਪ, ਸਾਰਾ ਇਹ ਸਲਿੱਪ ਜਿਹੜੀਆਂ ਬਿੱਲ ਹੁੰਦੇ ਆ ਇਹ ਸਾਰੇ ਕੀ ਆ? ਐਜ਼ ਏ ਐਵੀਡੈਂਸ ਆ। ਕਿ ਐਵੀਡੈਂਸ ਦਾ ਮਤਲਬ ਇਹ ਹੈ ਕਿ ਤੁਸੀਂ ਇਹ ਚੀਜ਼ਾਂ ਖਰੀਦੀਆਂ ਜਾਂ ਤੁਸੀਂ ਖਰੀਦੀਆਂ ਵਾ, ਬਿੱਲ ਆ ਤੁਹਾਡੇ ਕੋਲ ਬਿੱਲ ਆ, ਫਿਰ ਤੁਸੀਂ ਉਹਨੂੰ ਅਕਾਊਂਟਸ ਦੇ ਵਿੱਚ ਲਿਖੋਗੇ, ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਲਿਖੋਗੇ। ਉੱਦਾਂ ਤੁਸੀਂ ਉਹਨਾਂ ਨੂੰ ਕਿਸੇ ਵੀ ਚੀਜ਼ ਨੂੰ ਨਹੀਂ ਲਿਖਣਾ। ਠੀਕ ਹੈ ਬੱਚੇ, ਇਹਨੂੰ ਵੀ ਇੱਥੋਂ ਤੱਕ ਕਰਨਾ ਹੈ। ਓਬਜੈਕਟਿਵਿਟੀ ਦਾ ਵੀ ਇੱਥੋਂ ਤੱਕ ਕਰੀਏ। ਠੀਕ ਹੈ। ਸਮਝ ਆ ਗਈ ਮੇਰੀ ਗੱਲ ਦੀ? ਸੋ ਦੈਟਸ ਆਲ ਫॉर ਇਹ ਕਨਵੈਨਸ਼ਨਸ ਆ। ਠੀਕ ਹੈ। ਅਕਾਊਂਟਿੰਗ ਸਟੈਂਡਰਡਸ ਹੁਣ ਧਿਆਨ ਨਾਲ ਦੇਖਿਓ। ਅਕਾਊਂਟਿੰਗ ਸਟੈਂਡਰਡਸ ਆਪਾਂ ਨਹੀਂ ਕਰਨੇ। ਇਹ ਆਪਾਂ ਇੰਨੇ ਸਾਲਾਂ ਤੋਂ ਜਦੋਂ ਤੋਂ ਕਮਰਸ ਨੂੰ ਅਸੀਂ ਪੜ੍ਹਾ ਰਹੇ ਹਾਂ, ਇਹ ਅਕਾਊਂਟਿੰਗ ਸਟੈਂਡਰਡਸ ਅਸੀਂ ਨਹੀਂ ਕਰਵਾਈ ਦੇ। ਕਿਉਂਕਿ ਇਹਨਾਂ ਦਾ ਗਾੜੀ ਜਾ ਕੇ ਕੋਈ ਯੂਜ਼ੇਜ ਨਹੀਂ ਹੈਗਾ। ਠੀਕ ਹੈ ਜੀ। ਅਕਾਊਂਟਿੰਗ ਸਟੈਂਡਰਡਸ ਤੁਸੀਂ ਨਹੀਂ ਕਰਨੇ। ਇਹ ਟੌਪਿਕ ਤੁਸੀਂ ਸਾਰਾ ਛੱਡ ਦੇਣਾ ਹੈ। ਧਿਆਨ ਨਾਲ ਦੇਖ ਲਓ ਹੁਣ। ਠੀਕ ਹੈ। ਤੁਸੀਂ IFRS ਵਾਲਾ ਵੀ ਟੌਪਿਕ ਨਹੀਂ ਕਰਨਾ। ਠੀਕ ਹੈ। IFRS ਵਾਲਾ ਟੌਪਿਕ ਵੀ ਛੱਡ ਦਿਓ। ਤੁਸੀਂ ਆਪਾਂ ਨਿਊ ਟੌਪਿਕ ਜਿਹੜਾ ਵਾ ਉਹ ਕਿੱਥੋਂ ਸ਼ੁਰੂ ਕਰਨਾ? ਅਕਾਊਂਟਿੰਗ ਮੈਕੈਨਿਜ਼ਮ। ਦੇਖ ਲਓ ਹੁਣ ਧਿਆਨ ਦੇ ਨਾਲ ਬੱਚੇ, 2.16 ਪੇਜ ਤੋਂ ਕਰਨਾ। ਪਿਛਲਾ ਜਿਹੜਾ ਵਾ ਅਕਾਊਂਟਿੰਗ ਸਟੈਂਡਰਡਸ ਉਹ ਵਾਲਾ ਟੌਪਿਕ ਆਪਾਂ ਨਹੀਂ ਕਰਨਾ। ਠੀਕ ਆ ਜੀ। ਅਕਾਊਂਟਿੰਗ ਮੈਕੈਨਿਜ਼ਮ ਕਰਨਾ ਹੈ ਆਪਾਂ। ਅਕਾਊਂਟਿੰਗ ਮੈਕੈਨਿਜ਼ਮ ਦੇ ਵਿੱਚ ਆਪਾਂ ਕੀ ਦੇਖਣਾ ਕਿ ਅਕਾਊਂਟਿੰਗ ਕਿਹੜੇ ਬੇਸਿਸ 'ਤੇ ਆਪਾਂ ਕਰਦੇ ਹਾਂ। ਠੀਕ ਹੈ। ਕਿ ਅਕਾਊਂਟਿੰਗ ਜਿਹੜਾ ਹੁਣ ਆਪਾਂ ਸਾਰਾ ਪ੍ਰੈਕਟੀਕਲ ਪਾਰਟ ਅੱਗੇ ਕਰਨਾ ਹੈ, ਅਤੇ ਅਕਾਊਂਟਿੰਗ ਆਪਾਂ
ਕਿਹੜੇ ਤਰੀਕੇ ਨਾਲ ਕਰਦੇ ਹਾਂ, ਠੀਕ ਹੈ। ਦ ਮੋਡ ਆਫ ਰਿਕਾਰਡਿੰਗ ਟ੍ਰਾਂਜੈਕਸ਼ਨ ਐਂਡ ਦ ਟਾਈਪਸ ਆਫ ਅਕਾਊਂਟਸ ਟੂ ਬੀ ਮੇਨਟੇਨ ਡਿਪੈਂਡਸ ਅਪੋਨ ਦ ਚੋਇਸ ਸਕਿੱਲ ਔਰ ਰਿਕੁਆਇਰਮੈਂਟ ਆਫ ਐਨ ਐਂਟਰਪ੍ਰਾਈਜ਼। ਕਹਿੰਦਾ ਇਹ ਤੁਹਾਡੀ ਵਿਲ ਆ, ਹਰ ਇੱਕ ਦੀ ਕੀ ਆ ਕਿ ਤੁਸੀਂ ਕਿੱਦਾਂ ਕਰਨਾ ਚਾਹੁੰਦੇ ਹੋ, ਟ੍ਰਾਂਜੈਕਸ਼ਨਸ ਰਿਕਾਰਡ ਕਿੱਦਾਂ ਕਰਨਾ ਚਾਹੁੰਦੇ ਹੋ। ਇਹਦੇ ਵਿੱਚ 3 ਚੀਜ਼ਾਂ ਆਉਂਦੀਆਂ, ਸਿੰਗਲ ਐਂਟਰੀ ਰਾਹੀਂ ਜਾਂ ਇੰਡੀਅਨ ਸਿਸਟਮ ਦੇ ਰਾਹੀਂ ਜਾਂ ਡਬਲ ਐਂਟਰੀ ਸਿਸਟਮ ਦੇ ਰਾਹੀਂ। ਇਹ ਕਹਿੰਦਾ ਕਿ ਐਂਟਰਪ੍ਰਾਈਜ਼ ਉੱਤੇ ਡਿਪੈਂਡ ਕਰਦਾ ਵਾ, ਕੋਈ ਸਿੰਗਲ ਐਂਟਰੀ ਸਿਸਟਮ ਰਾਹੀਂ ਕਰਨਾ ਚਾਹੁੰਦਾ ਜਾਂ ਇੰਡੀਅਨ ਸਿਸਟਮ ਰਾਹੀਂ ਕਰਨਾ ਚਾਹੁੰਦਾ ਜਾਂ ਡਬਲ ਐਂਟਰੀ ਸਿਸਟਮ ਰਾਹੀਂ ਕਰਨਾ ਚਾਹੁੰਦਾ, ਠੀਕ ਆ। ਇਹ ਤੁਹਾਡੇ ਤੋਂ ਉਹਨਾਂ ਨੇ ਇੱਛਾ ਛੱਡੀ ਹੈ। ਬਟ ਦ ਆਰਗੇਨਾਈਜੇਸ਼ਨ ਮੇ ਲਾਈਕ ਟੂ ਮੇਨਟੇਨ ਕੈਸ਼ ਬੁੱਕ ਐਂਡ ਪਰਸਨਲ ਅਕਾਊਂਟਸ ਓਨਲੀ ਵਿਚ ਇਜ਼ ਕੰਸੀਡਰਡ ਐਜ਼ ਅ ਸਿਸਟਮ ਆਫ ਮੇਨਟੇਨਿੰਗ ਇਨਕੰਪਲੀਟ ਰਿਕਾਰਡਸ। ਇਹਦਾ ਫੋਰ ਐਗਜ਼ਾਮਪਲ ਜਿਹੜਾ ਤੁਸੀਂ ਘਰ ਅਕਾਊਂਟ ਬਣਾਉਂਦੇ ਜੋ, ਘਰ ਦਾ ਮਤਲਬ ਤੁਸੀਂ ਲਿਖਦੇ ਜੋ ਨਾ 1 ਲੱਖ ਰੁਪਈਆ ਲਿਆਂਦਾ, ਆਹ ਕਿੱਥੇ ਕਿੱਥੇ ਖਰਚਿਆ। ਉਹ ਕਹਿੰਦਾ ਤੁਸੀਂ ਕਿਹੜੇ ਅਕਾਊਂਟ ਬਣਾਉਂਦੇ ਜੋ, ਪਰਸਨਲ ਅਕਾਊਂਟ ਬਣਾਉਂਦੇ। ਪਰਸਨਲ ਦਾ ਮਤਲਬ ਤੁਸੀਂ ਆਪਣਾ ਅਕਾਊਂਟ ਬਣਾਉਂਦੇ ਜੋ ਨਾ, ਕਿ ਤੁਹਾਡੇ ਪਾਪਾ ਦਾ ਨਾਮ ਕੀ ਹੈ, ਜੋ ਵੀ ਨੇਮ ਆ, ਪਾਪਾ ਨੇ 1 ਲੱਖ ਰੁਪਇਆ ਲਿਆਂਦਾ, ਉਹਦੇ ਥੱਲੇ ਤੁਸੀਂ ਲਿਖੀ ਜਾਂਦੇ ਹੋ ਕਿੱਥੇ ਕਿੱਥੇ ਖਰਚੇ। ਪਰਸਨ ਆ ਨਾ ਕੋਈ, ਪਰਸਨਲ ਅਕਾਊਂਟ ਹੋ ਗਿਆ। ਦੈਟ ਮੀਨਸ ਕਿ ਕਹਿੰਦੇ ਕਿ ਜਿਹੜੇ ਆਪਾਂ ਕਈ ਆਰਗੇਨਾਈਜੇਸ਼ਨ ਸਿਰਫ ਇਨਕੰਪਲੀਟ ਰਿਕਾਰਡਸ ਬਣਾਉਂਦੀਆਂ। ਇਨਕੰਪਲੀਟ ਦਾ ਮਤਲਬ ਹੁੰਦਾ ਵਾ ਸਿਰਫ ਇੱਕ ਜਾਣੇ ਦੇ ਰਿਕਾਰਡਸ ਬਣਾਉਂਦੀਆਂ ਵਾ ਕਿ ਜਿਹੜਾ ਪੈਸਾ ਲਿਆਂਦਾ ਉਹਨੂੰ ਕਿੱਥੇ ਕਿੱਥੇ ਵਰਤਿਆ, ਠੀਕ ਆ। ਉਹ ਪਰਸਨਲ ਅਕਾਊਂਟ ਹੁੰਦਾ ਅਤੇ ਕਹਿੰਦੇ ਆ ਕਿ ਉਹ ਇਨਕੰਪਲੀਟ ਰਿਕਾਰਡ ਹੁੰਦਾ ਵਾ, ਅਤੇ ਬਿਜ਼ਨਸ ਇਨਕੰਪਲੀਟ ਰਿਕਾਰਡ ਨਹੀਂ ਮੰਗਦਾ। ਆਪਾਂ ਘਰ ਜਿਹੜੇ ਬਣਾਉਂਦੇ ਹਾਂ, ਰਿਕਾਰਡ ਬਣਾਉਂਦੇ ਹਾਂ, ਉਹ ਇਨਕੰਪਲੀਟ ਹੁੰਦਾ ਹੈ, ਕਿਉਂਕਿ ਆਪਾਂ ਇੰਨੇ ਪੜ੍ਹੇ ਲਿਖੇ ਨਹੀਂ ਆ ਨਾ, ਹਰ ਇੱਕ ਨੂੰ ਥੋੜ੍ਹੀ ਕਾਮਰਸ ਆਉਂਦੀ, ਉਹ ਇਨਕੰਪਲੀਟ ਰਿਕਾਰਡ ਹੁੰਦਾ, ਠੀਕ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ 3 ਵਾ ਸਿੰਗਲ ਐਂਟਰੀ, ਇੰਡੀਅਨ ਸਿਸਟਮ, ਅਤੇ ਤੀਜਾ ਕਿਹੜਾ ਡਬਲ ਐਂਟਰੀ ਸਿਸਟਮ। ਬਟ ਜਿਹੜਾ ਬੈਸਟ ਆ ਅਤੇ ਜਿਹੜੀ ਮੋਸਟਲੀ ਸਾਰੀਆਂ ਆਰਗੇਨਾਈਜੇਸ਼ਨ ਜਿਹਦੇ ਨਾਲ ਆਡਿਟ ਹੁੰਦੀ, ਉਹ ਕਿਹੜਾ ਯੂਜ਼ ਕਰਦਾ, ਡਬਲ ਐਂਟਰੀ ਸਿਸਟਮ। ਇਹ ਸਿਸਟਮ ਇਹ ਆ ਜਿਹੜਾ ਕੰਪਲੀਟ ਸਿਸਟਮ ਆ, ਅਤੇ ਜਿਹੜਾ ਹਰ ਕੋਈ ਕੰਪਨੀ, ਹਰ ਕੋਈ ਕੰਟਰੀ ਇਹ ਚੀਜ਼ ਨੂੰ ਅਸੈਪਟ ਕਰਦੀ ਆ, ਠੀਕ ਆ ਜੀ। ਸਮਝ ਆ ਰਹੀ ਮੇਰੀ ਗੱਲ ਦੀ, ਠੀਕ ਹੈ। ਕਹਿੰਦੇ ਕਿ ਜੇ ਆਪਾਂ ਇਕੱਲਾ ਇੱਕ ਬੰਦੇ ਦਾ ਬਣਾਉਂਦੇ ਹਾਂ ਜਾਂ ਸਿਰਫ ਉਹਨੂੰ ਆਪਾਂ ਕੀ ਕਹਿ ਦਿੰਦੇ, ਇਨਕੰਪਲੀਟ ਰਿਕਾਰਡ ਆ, ਠੀਕ ਹੈ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਤਾ, ਇਹਦੇ ਵਿੱਚ 3 ਆਉਂਦੇ ਅਕਾਊਂਟਿੰਗ ਦੇ, ਸਿੰਗਲ ਐਂਟਰੀ ਸਿਸਟਮ ਆ, ਇੰਡੀਅਨ ਸਿਸਟਮ ਆ, ਅਤੇ ਤੀਜਾ ਕਿਹੜਾ ਵਾ, ਡਬਲ ਐਂਟਰੀ ਸਿਸਟਮ, ਠੀਕ ਹੈ ਜੀ। ਸਿੰਗਲ ਐਂਟਰੀ ਸਿਸਟਮ ਦੇ ਵਿੱਚ ਵੇਖੋ, ਦਿਸ ਸਿਸਟਮ ਇਗਨੋਰਸ ਦ 2-fold ਐਸਪੈਕਟ ਆਫ ਈਚ ਟ੍ਰਾਂਜੈਕਸ਼ਨ ਐਜ਼ ਕੰਸੀਡਰਡ ਇਨ ਡਬਲ ਐਂਟਰੀ ਸਿਸਟਮ। ਡਬਲ ਦਾ ਮਤਲਬ ਕੀ ਹੋਇਆ, ਡਬਲ ਦੇ ਮਤਲਬ ਦਾ ਕੀ ਆ ਕਿ ਡਬਲ 2 ਐਂਟਰੀ ਆਉਣਗੀਆਂ, ਠੀਕ ਆ, ਡੂਅਲ ਇਫੈਕਟ ਆ। ਬਟ ਸਿੰਗਲ ਦਾ ਮਤਲਬ ਕਿ ਇਹਦੇ ਵਿੱਚ ਡਬਲ ਨਹੀਂ ਹੋਊਗਾ, ਇਹਦੇ ਵਿੱਚ ਸਿਰਫ ਕੀ ਆ, ਇੱਕ ਹੀ ਐਂਟਰੀ ਕਰਾਂਗੇ। ਗੱਲ ਸਮਝ ਆ ਰਹੀ ਹੈ। ਇਹ ਤੁਹਾਨੂੰ ਬਾਅਦ 'ਚੋਂ ਸਮਝ ਆਊਗਾ ਕਿੱਦਾਂ, ਮੈਂ ਤੁਹਾਨੂੰ ਸਮਝਾਵਾਂਗੀ। ਅੰਡਰ ਸਿੰਗਲ ਐਂਟਰੀ ਸਿਸਟਮ ਮੇਅਰਲੀ ਪਰਸਨਲ ਐਸਪੈਕਟਸ ਆਫ ਟ੍ਰਾਂਜੈਕਸ਼ਨ ਸਾਡੇ ਪਰਸਨਲ ਅਕਾਊਂਟਸ ਆਰ ਰਿਕਾਰਡਡ। ਉਹੀ ਗੱਲ ਹੋ ਗਈ ਨਾ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਿਰਫ ਜਿੱਦਾਂ ਤੁਸੀਂ ਘਰ ਦੇ ਵਿੱਚ 1 ਲੱਖ ਰੁਪਈਆ ਲਿਆਂਦਾ ਤੁਹਾਡੇ ਪਾਪਾ ਨੇ, ਤੁਹਾਡੇ ਪਾਪਾ ਨੇ ਕਿੱਥੇ ਕਿੱਥੇ ਖਰਚਾ, ਤੁਸੀਂ ਉਹ ਚੀਜ਼ ਲਿਖਦੀ, ਕੀ ਲਿਖਦੇ ਜੋ, 10,000 ਦੀਆਂ ਬੁੱਕਸ ਲੈਂਦੀਆਂ, 5,000 ਦਾ ਕੀ ਲੈਂਦਾ, ਕਰਿਆਨਾ ਲੈਂਦਾ, ਇੱਦਾਂ ਹੀ ਆ ਨਾ, ਇੱਕ ਹੀ ਚੀਜ਼ ਲਿਖਦੇ ਜੋ ਨਾ। ਸਮਝ ਆ ਰਹੀ ਹੈ ਮੇਰੀ ਗੱਲ ਦੀ ਬੱਚੇ। ਇਹ ਜਿਹੜਾ ਟੌਪਿਕ ਆ ਨਾ, ਵੈਸੇ ਮੈਂ ਤੁਹਾਨੂੰ ਕੰਪਲੀਟਲੀ ਨਾ ਪੇਜ ਦੇ ਉੱਤੇ ਸਮਝਾਵਾਂਗੀ, ਫਿਰ ਆਪਾਂ ਇਹਨੂੰ ਕਰਾਂਗੇ। ਪਹਿਲਾਂ ਤੁਸੀਂ ਇਹ ਸਮਝੋ ਕਿ ਅਕਾਊਂਟਿੰਗ ਮੈਕੈਨਿਜ਼ਮ 3 ਟਾਈਪ ਦਾ ਵਾ। ਉਹ ਕੀ ਆ, ਪਹਿਲਾਂ ਸਿੰਗਲ ਐਂਟਰੀ ਆ, ਦੂਜਾ ਕਿਹੜਾ ਵਾ, ਇੰਡੀਅਨ ਸਿਸਟਮ ਆ, ਤੀਜਾ ਕਿਹੜਾ ਵਾ, ਡਬਲ ਐਂਟਰੀ ਸਿਸਟਮ, ਠੀਕ ਹੈ। ਬਟ ਜਿਹੜਾ ਮੇਨ ਚੱਲਦਾ ਉਹ ਕਿਹੜਾ ਚੱਲਦਾ ਵਾ, ਡਬਲ ਐਂਟਰੀ ਸਿਸਟਮ। ਕਿਉਂਕਿ ਇਹਦੇ ਵਿੱਚ ਡਬਲ ਇਫੈਕਟ ਆ। ਹੁਣ ਮੈਂ ਤੁਹਾਨੂੰ ਉਹ ਸਮਝਾਵਾਂਗੀ ਪੂਰਾ ਕਾਪੀ ਉੱਤੇ ਕਿ ਕਿੱਦਾਂ ਵਾ। ਸੋ ਇਹ ਟੌਪਿਕ ਆਪਾਂ ਜਾਂ ਮੈਂ ਅੱਜ ਹੀ ਦੁਬਾਰਾ ਨੈਕਸਟ ਵੀਡੀਓ ਪਾ ਦਾਂਗੀ, ਦੁਬਾਰਾ ਦੇਖ ਲਿਓ। ਬਟ ਜੇ ਨਹੀਂ ਤਾਂ ਮੈਂ ਤੁਹਾਨੂੰ ਨੈਕਸਟ ਟੌਪਿਕ ਦੇ ਵਿੱਚ ਇਹਨੂੰ ਪੂਰਾ ਕਾਪੀ ਉੱਤੇ ਕਰਕੇ ਦਿਖਾਵਾਂਗੀ। ਦੈਟਸ ਆਲ ਫॉर ਟੂਡੇ ਬੱਚੇ, ਠੀਕ ਹੈ।